ਚਰਚਾ 'ਚ ਬਣੇ ਰਹੀਏ ਬਸ। ਅਸੀਂ ਕਿਸੇ ਦਾ ਕਿਸੇ ਤਰੀਕੇ ਨਾਲ ਇਹ ਨਹੀਂ ਕਿ ਅਸੀਂ ਹਾਈਲਾਈਟ ਹੁੰਦੇ ਰਹੀਏ ਮੁੱਦੇ ਵੀ ਉਹ ਸਭ ਚੀਜ਼ਾਂ ਚੱਕੇ ਜਾਣ। ਚਰਚਾ ਨਾਲੋਂ ਵੀ ਵੱਧ ਕੇ ਇਹ ਹੈਗਾ ਵਾ ਵੀ ਤੁਸੀਂ ਇੱਕ ਦੂਜੇ ਪ੍ਰਤੀ ਗੁੱਸਾ ਕੱਢ ਰਹੇ ਹੋ। ਜੇ ਤੁਸੀਂ ਦਿੱਲੀ 'ਚ ਸਾਨੂੰ ਤੰਗ ਕਰੋਗੇ ਤਾਂ ਪੰਜਾਬ ਦੇ ਵਿੱਚ ਅਸੀਂ ਕਹੇ ਕੋਈ ਨਾ ਬਖੇੜਾ ਕੋਈ ਇਹੋ ਜਿਹਾ ਖੜਾ ਕਰਾਂਗੇ। ਪੰਜਾਬ ਦੇ ਪੈਸੇ ਦੀ ਬਰਬਾਦੀ ਆ। ਜੇ ਆਪਾਂ ਬਿਲਕੁਲ ਬ੍ਰੌਡਕਾਸਟਿੰਗ ਦੀ ਗੱਲ ਕਰ ਲਈਏ, ਐਸਜੀਪੀਸੀ ਦੀ ਕੁਰਬਾਨੀ ਦੀ ਗੱਲ ਕਰ ਲਈਏ, ਉਹ ਇੱਕ ਕੰਟਰੈਕਟ ਖਤਮ ਹੋ ਰਿਹਾ ਸੀਗਾ। ਐਸਜੀਪੀਸੀ ਕਹਿ ਰਹੀ ਸੀ ਕਿ ਅਸੀਂ ਆਪ ਦਾ ਚਲਾਵਾਂਗੇ। ਡਾਕਟਰ ਸਾਹਿਬ ਜਿਹੜਾ ਟਵੀਟਰ ਹੈ, ਤੇ ਜੇ ਟਵੀਟ ਤੁਹਾਡੇ ਫੇਵਰ 'ਚ ਹੈ ਤਾਂ ਟਵੀਟ ਰਹਿੰਦਾ, ਜੇ ਟਵੀਟ ਪੁੱਠਾ ਪੈਂਦਾ ਤਾਂ ਟਵੀਟ ਡਿਲੀਟ ਵੀ ਕਰ ਦਿੱਤਾ ਜਾਂਦਾ। ਹਾਲਾਂਕਿ ਐਗਜ਼ੈਕਟਿਵ ਦਾ ਪ੍ਰਾਈਮ ਡਿਊਟੀ ਹੈਗੀ ਆ ਉਹਨੇ ਗਵਰਨਰ ਨੂੰ ਐਡਵਾਈਜ਼ ਕਰਨੀ ਆ। ਤੇ ਗਵਰਨਰ ਇਹ ਚੀਜ਼ ਸੀਐਮ ਨੂੰ ਕਹਿ ਦੇਵੇ ਹੈਡ ਆਫ ਦਾ ਐਗਜ਼ੈਕਟਿਵ ਵੀ ਮੈਂ ਤਾਂ ਵਰਡ ਟੂ ਵਰਡ ਹੋਣਾ ਨਹੀਂ ਚਾਹੁੰਦਾ। ਇਹ ਸਾਡੇ ਪੋਲੀਟੀਸ਼ੀਅਨ ਨੂੰ ਸਿਆਣਾ ਚ ਹੋਣਾ ਚਾਹੀਦਾ, ਉਹਨਾਂ ਨੂੰ ਦੇਖ ਕੇ ਕਈ ਫੋਲੋ ਕਰਦੇ ਨੇ। ਗਵਰਨਰ ਕੋਈ ਛੋਟੀ ਪੋਸਟ ਨਹੀਂ। ਆਮ ਆਦਮੀ ਪਾਰਟੀ ਕਦੋਂ ਇਹ ਚੀਜ਼ਾਂ ਸਮਝੇਗੀ? ਗਵਰਨਰ ਸਾਹਿਬ ਵੀ ਕਦੋਂ ਇਹ ਚੀਜ਼ਾਂ ਸਮਝਣਗੇ? ਕਿਉਂਕਿ ਇਹ ਸਿਆਸਤਦਾਨ ਨੇ। ਜ਼ਿਆਦਾ ਐਪਰੋਪ੍ਰੀਏਟ ਹੋਊਗਾ, ਸਹੀ ਹੋਊਗਾ ਕਹਿਣਾ ਕਿ ਮੌਜੂਦਾ ਪੰਜਾਬ ਸਰਕਾਰ ਇਹ ਗੱਲ ਕਦੋਂ ਸਮਝੂ, ਕਿਉਂਕਿ ਆਮ ਆਦਮੀ ਪਾਰਟੀ ਇੱਕ ਪਾਸੇ ਹਾਫ ਸਟੇਟ ਵਿੱਚ ਆ। ਪੰਜਾਬ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵਾ, ਸਮਝਣਾ ਚਾਹੀਦਾ ਵੀ ਅਸੀਂ ਦਿੱਲੀ ਦੀ ਟਿਊਨ ਤੇ ਜਾਂ ਦਿੱਲੀ ਦੇ ਨੇਤਾਵਾਂ ਦੇ ਇਸ਼ਾਰੇ ਤੇ ਕੰਮ ਨਾ ਕਰੀਏ। ਹੜ੍ਹਾਂ ਦੀ ਸਥਿਤੀ ਨੂੰ ਇਹ ਸਰਕਾਰ ਇਸ ਟਾਈਮ ਨਿਬਟ ਰਹੀ ਹੈ, ਉਹਨੂੰ ਕਿਵੇਂ ਦੇਖਦੇ ਹੋ ਕਿ ਮਾਨ ਸਾਹਿਬ ਦਾ ਜਾਣਾ, ਲੋਕਾਂ ਦੇ ਵਿੱਚ ਵਿਚਰਨਾ, ਫਿਰ ਉਹ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ? ਨਹੀਂ ਦੇਖੋ, ਮੈਨੂੰ ਨਹੀਂ ਲੱਗਦਾ ਵੀ ਕੋਈ ਇਹਦੇ ਨਾਲ ਤੁਸੀਂ ਵੋਟ ਗੇਨ ਵਾਲੇ ਪਾਸੇ ਨੂੰ ਚੱਲਦੇ। ਹੈਡ ਆਫ ਦਾ ਸਟੇਟ ਸਾਰਾ ਕੁਝ ਉਹਦੀ ਨੌਲੇਜ ਦੇ ਵਿੱਚ ਚਾਹੀਦਾ ਵੀ ਕਿੱਥੇ ਕੀ ਹੋ ਰਿਹਾ, ਉਹ ਨੌਲੇਜ ਥਰੂ ਡੀਸੀਜ਼ ਆਵੇ ਜਾਂ ਆਪ ਫਸਟ ਹੈਂਡ ਨੌਲੇਜ ਪ੍ਰਾਪਤ ਕਰੇ। ਉਦੋਂ ਗਾਂ ਕੀ ਕਰ ਰਹੇ ਹੋ ਤੁਸੀਂ? ਕੰਪਨਸੇਸ਼ਨ ਦੇ ਰਹੇ ਹੋ ਤੁਸੀਂ ਕਿ ਗੱਲੀ ਬਾਤੀ ਸਾਰ ਰਹੇ ਹੋ? ਹੁਣ ਗੁਰਦੁਆਰਾ ਐਕਟ ਦਾ ਕੀ ਤੁਹਾਨੂੰ ਲੱਗਦਾ ਹੈ? ਮੂੰਹ ਦੀ ਖਾਣੀ ਪੈਣੀ ਆ ਜੀ, ਪੰਜਾਬ ਸਰਕਾਰ ਨੂੰ ਮੂੰਹ ਦੀ ਖਾਣੀ ਪੈਣੀ। ਇਹ ਐਸਜੀਪੀਸੀ ਨੇ ਆਪਦਾ ਚੈਨਲ YouTube ਲਾਂਚ ਕਰ ਹੀ ਦਿੱਤਾ। ਕੀ ਰਹਿ ਜਾਂਦਾ ਰੋਲ ਪੰਜਾਬ ਗਵਰਨਮੈਂਟ ਦਾ? ਉਹਦੇ 'ਚ ਕੀ ਰੋਲ ਰਹਿ ਜਾਂਦਾ ਵਾ? ਸੀਐਮ ਸਾਹਿਬ ਜਾਂ ਦਾ ਪ੍ਰੋਪਰ ਸਲਾਹ ਨਹੀਂ ਲੈਂਦੇ ਜਾਂ ਸਲਾਹ ਉਹਨਾਂ ਨੂੰ ਪ੍ਰੋਪਰ ਮਿਲਦੀ ਨਹੀਂ। ਕਿਵੇਂ ਦੇਖਦੇ ਹੋ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੀ ਸਥਿਤੀ ਹੈ? ਭਾਜਪਾ ਨਾਲ ਜਾਵੇ ਨਾ ਜਾਵੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈਗੀ ਆ, ਚਾਹੇ ਉਹ ABCD ਕੋਈ ਵੀ ਹੋਵੇ। ਅੱਜ ਅਕਾਲੀ ਦਲ ਆ, ਕੱਲ ਨੂੰ ਕੋਈ ਹੋਰ ਦੱਸ ਸਕਦੀ ਆ। ਉਹ ਗਵਰਨਮੈਂਟ ਬਣਾਵੇ ਕਿ ਨਾ ਬਣਾਵੇ, ਸੈਕਟਰੀ ਗੱਲ ਹੈਗੀ। ਸੁਧਾਰ ਫੀਲਿੰਗ ਆਉਣ ਲੱਗ ਗਈ ਆ ਵੀ ਯਾਰ ਇੱਕ ਪੰਜਾਬ ਦੀ ਰੀਜਨਲ ਪਾਰਟੀ ਜ਼ਰੂਰ ਚਾਹੀਦੀ ਆ ਜਿਹੜਾ ਪੋਲੀਟੀਕਲੀ ਅਵੇਅਰ ਹੈਗਾ ਵਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਂਦਾ ਵੇ। ਜੀ ਹਾਂ, ਨਜ਼ਰ ਰਹੇਗੀ ਅੱਜ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਜੀ ਦੀ ਚਿੱਠੀ ਤੇ। ਇੱਕ ਚਿੱਠੀ ਮੁੱਖ ਮੰਤਰੀ ਜੀ ਕਰਦੇ ਨੇ, ਟਵੀਟ ਕਰਦੇ ਨੇ ਕਿ ਗੁਰਦੁਆਰਾ ਐਕਟ 1925 ਤੇ ਜਲਦੀ ਹਸਤਾਖਰ ਕਰ ਦਿੱਤੇ ਜਾਣ, ਉਹਦੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ 19 ਤੇ 20 ਤਰੀਕ ਨੂੰ ਜਿਹੜਾ ਤੁਸੀਂ ਵਿਸ਼ੇਸ਼ ਇਜਲਾਸ ਬੁਲਾਇਆ ਸੀ ਉਹ ਗੈਰ ਸੰਵਿਧਾਨਿਕ ਸੀ। ਇਹ ਇੱਕ ਬਿੱਲ ਹੀ ਨਹੀਂ, ਜਿਹੜੇ 4 ਤੁਸੀਂ ਬਿੱਲ ਉੱਥੇ ਪਾਸ ਕੀਤੇ ਸੀ ਉਹ ਸਾਰੇ ਗੈਰ ਸੰਵਿਧਾਨਿਕ ਸੀ। ਤੇ ਕਹਿੰਦੇ ਅਟਾਰਨੀ ਜਨਰਲ ਨਾਲ ਸਲਾਹ ਕਰਕੇ ਮੈਂ ਫਿਰ ਅੱਗੇ ਆਪਣੀ ਰਾਏ ਦਾਂਗਾ। ਖੈਰ ਇਸੇ ਤੇ ਹੀ ਹੁਣ ਚਰਚਾ ਰਹੇਗੀ, ਕਿਉਂਕਿ ਇਹ ਰੇੜਕਾ ਕਦੋਂ ਖਤਮ ਹੋਏਗਾ ਇਸ ਤੇ ਚਰਚਾ ਰਹੇਗੀ। ਤੇ ਮੇਰੇ ਨਾਲ ਮੌਜੂਦ ਰਹਿਣਗੇ, ਆਓ ਉਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਾਡੇ ਅੱਜ ਵਾਲੇ ਮਹਿਮਾਨਾਂ ਦਾ। ਸਤਿ ਸ਼੍ਰੀ ਅਕਾਲ ਡਾਕਟਰ ਬੂਟਾ ਸਿੰਘ ਬੈਰਾਗੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਵੀ ਇਹ ਰੇੜਕਾ ਕਦੋਂ ਖਤਮ ਹੋਣਾ ਹੈ? ਉਧਰੋਂ ਕੋਈ ਵੀ ਚੀਜ਼ਾਂ ਅਗਰ ਸਰਕਾਰ ਰੱਖਦੀ ਹੈ ਜਿੰਦਾ ਕਿ ਵਾਕਈ ਬਨਵਾਰੀ ਲਾਲ ਜੀ ਦਾ, ਰਾਜਪਾਲ ਜੀ ਦਾ ਕਿਤੇ ਨਾ ਕਿਤੇ ਰੋਲ ਰਹਿੰਦਾ ਹੈ, ਤੇ ਉੱਥੇ ਨੰਨਾ ਪਹਿਲਾਂ ਆ ਜਾਂਦਾ ਹੈ, ਚਾਹੇ ਕੋਈ ਵੀ ਗੱਲ ਹੋਵੇ ਜੀ। ਬਿਲਕੁਲ, ਜਿੱਥੋਂ ਤੱਕ ਗੱਲ ਸੁਰਿੰਦਰ ਜੀ ਰੇੜਕਾ ਖਤਮ ਹੋਣ ਦੀ ਆ, ਮੈਨੂੰ ਲੱਗਦਾ ਹੈ ਜਦੋਂ ਤੱਕ ਪੋਲੀਟਿਕਸ ਇਹੋ ਜਿਹੀ ਪੋਲੀਟਿਕਸ ਹੁੰਦੀ ਰਹੂਗੀ ਉਦੋਂ ਤੱਕ ਰੇੜਕਾ ਚੱਲੀ ਜਾਊਗਾ। ਪਹਿਲਾਂ ਜਿਹੜਾ ਆਪਾਂ ਪਹਿਲਾਂ ਥੋੜਾ ਜਿਹਾ ਪਿੱਛੇ ਡਿਕੇਡਸ ਪਿੱਛੇ ਚਲੇ ਜਾਈਏ, ਜਦੋਂ ਐਮਰਜੈਂਸੀ ਦੇ ਦੌਰਾਨ ਚਲੇ ਜਾਈਏ, ਉਦੋਂ ਇਹੋ ਜਿਹੇ ਰੇੜਕੇ ਸਰਕਾਰਾਂ ਤੋੜ ਕੇ ਕੀਤੇ ਜਾਂਦੇ ਸੀਗੇ ਵੀ ਓਪੋਜੀਸ਼ਨ ਜੇ ਸੈਂਟਰ ਦੇ ਉਲਟ ਸਰਕਾਰ ਹੈਗੀ ਸਟੇਟ ਦੇ ਵਿੱਚ, ਉਹਨੂੰ ਤੋੜ ਦਿਓ, ਖਤਮ ਕਰ ਦਿਓ, ਕਿਉਂਕਿ ਤੁਹਾਨੂੰ ਆਪਦਾ ਹੀ ਸਾਰਾ ਕੁਝ ਚਾਹੀਦਾ। ਹੁਣ ਇਹ ਥੋੜਾ ਜਿਹਾ ਉਹਦਾ ਸੁਧਰਿਆ ਹੋਇਆ ਰੂਪ ਹੈਗਾ ਵਾ। ਜਿਹੜੇ ਅੱਜ ਦੇ ਰੇੜਕੇ ਪੈ ਰਹੇ ਆ, ਇਹ ਲੀਗਲ ਨੂੰ ਜ਼ਿਆਦਾ ਲੀਗਲੀ ਵਿੱਚ ਇਨਵੋਲਵ ਕੀਤਾ ਜਾ ਰਿਹਾ ਵਾ। ਤੇ ਜਿਵੇਂ ਅੱਜ ਦੀ ਜੇ ਆਪਾਂ ਲੈਟਰ ਦੀ ਗੱਲ ਕਰੀਏ, ਜਿਹੜੀ ਪਹਿਲਾਂ ਸੀਐਮ ਸਾਹਿਬ ਨੇ ਲਿਖੀ, ਫਿਰ ਗਵਰਨਰ ਸਾਹਿਬ ਨੇ ਵਾਪਸ ਲਿਖੀ। ਪਹਿਲੀ ਗੱਲ ਤਾਂ ਇਹ ਕੋਈ ਰਵਾਇਤ ਵਾਲੀ ਚੰਗੀ ਨਹੀਂ ਗੀ। ਤੁਸੀਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਤੇ ਆ, ਉਹ ਗਵਰਨਰ ਕੋਲੇ ਚਲੇ ਗਏ ਆ, ਗਵਰਨਰ ਆਪਦਾ ਟਾਈਮ ਲਊਗਾ, ਉਹਨੂੰ ਤੁਸੀਂ ਲੈਟਰ ਲਿਖ ਰਹੇ ਹੋ ਜਿਵੇਂ ਉਹ
ਸੂਬਾ ਕਿਸੇ ਡਿਸਟ੍ਰਿਕਟ ਦਾ ਡੀਸੀ ਹੁੰਦਾ ਵਾ ਵੀ ਤੂੰ ਛੇਤੀ ਕਰ, ਉਹਦੇ ਵਿੱਚ ਵੀ ਤੁਹਾਡੀ ਪੋਲੀਟੀਕਲ ਇੱਛਾ ਵਾ, ਕਿਉਂਕਿ ਕਿਤੇ ਨਾ ਕਿਤੇ ਬਿੱਲ ਕਿਸੇ ਸਪੈਸ਼ਲ ਜਮਾਤ ਲਈ ਸੰਬੰਧਿਤ ਹੈਗੇ ਆ ਵੀ ਤੁਸੀਂ ਉਸ ਨੂੰ ਕਰਨਾ ਚਾਹੁੰਦੇ। ਇਹ ਦੇਖੋ, ਇਹ ਇੱਕ ਰਵਾਇਤ ਚੰਗੀ ਨਹੀਂ ਹੈਗੀ ਜਿਹੜੀ ਇਹ ਰੀਸੈਂਟਲੀ ਦਿੱਲੀ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ ਤੇ ਉਸੇ ਤਰ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਖੇਡੀ ਜਾ ਰਹੀ ਆ। ਪੰਜਾਬ ਦਾ ਪਹਿਲਾਂ ਕੋਈ ਇਹੋ ਜਿਹਾ ਗਵਰਨਰ ਨੂੰ ਲੈ ਕੇ ਮੈਨੂੰ ਲੱਗਦਾ ਕੋਈ ਇਹੋ ਜਿਹਾ ਕਨਸਟੀਟਿਊਸ਼ਨਲੀ ਕੋਈ ਬੜਾ ਨਹੀਂ ਰਿਹਾ ਰੋਲ ਹੈਗਾ ਵਾ। ਤੇ ਬੂਟਾ ਸਿੰਘ ਜੀ, ਇੱਥੋਂ ਇਹ ਲੱਗਦਾ ਕਿ ਚਰਚਾ 'ਚ ਬਣੇ ਰਹੀਏ ਬਸ, ਅਸੀਂ ਕਿਸੇ ਦਾ ਕਿਸੇ ਤਰੀਕੇ ਨਾਲ ਇਹ ਨਹੀਂ ਕਿ ਅਸੀਂ ਹਾਈਲਾਈਟ ਹੁੰਦੇ ਰਹੀਏ ਮੁੱਦੇ ਵੀ ਉਹ ਸਭ ਚੀਜ਼ਾਂ ਚੱਕੇ ਜਾਣ। ਸੁਰਿੰਦਰ ਜੀ, ਬਿਲਕੁਲ ਚਰਚਾ 'ਚ ਰਹਿਣਾ ਤਾਂ ਬਿਲਕੁਲ ਇਹ ਇੱਕ ਚੀਪ ਪੋਲੀਟਿਕਸ ਦਾ ਮੈਂ ਕਹਿੰਦਾ ਇੱਕ ਹੈਗਾ ਵਾ, ਕਿਉਂਕਿ ਗਵਰਨਰ ਵੀ ਇੱਕ ਕਨਸਟੀਟਿਊਸ਼ਨਲ ਪੋਸਟ ਹੈਗੀ ਆ, ਸੀਐਮ ਦਾ ਵੀ ਇੱਕ ਆਪਦੇ ਆਪ ਵਿੱਚ ਹੈਡ ਆਫ ਦਾ ਐਗਜ਼ੈਕਟਿਵ ਹੈਗਾ ਵਾ। ਚਰਚਾ ਨਾਲੋਂ ਵੀ ਵੱਧ ਕੇ ਇਹ ਹੈਗਾ ਵਾ ਵੀ ਤੁਸੀਂ ਇੱਕ ਦੂਜੇ ਪ੍ਰਤੀ ਗੁੱਸਾ ਕੱਢ ਰਹੇ ਹੋ। ਜਿਵੇਂ ਸਪੈਸੀਫਿਕਲੀ ਪੰਜਾਬ ਦੀ ਗੱਲ ਕਰਾਂ, ਜੇ ਦਿੱਲੀ ਦੁਖੀ ਆ ਮਾੜੀ ਮੋਟੀ ਸੈਂਟਰ ਗਵਰਨਮੈਂਟ ਤੋਂ, ਤਾਂ ਦਿੱਲੀ ਵਾਲੇ ਸਾਡੇ ਅਕਾਵਾਂ ਚਾਹੁੰਦੇ ਨੇ ਵੀ ਉਹਦਾ ਅਸਰ ਪੰਜਾਬ ਦੇ ਵਿੱਚ ਜ਼ਰੂਰ ਦਿਸਣਾ ਚਾਹੀਦਾ ਵਾ, ਕਿਉਂਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ, ਉਹ ਕਿਵੇਂ ਨਾ ਕਿਵੇਂ ਉਹ ਇੱਕ ਮੈਸੇਜ ਦੇਵੇ ਵੀ ਅਸੀਂ ਇੱਥੇ ਇੱਕ ਫੁੱਲ ਫਲੈਜਡ ਗਵਰਨਮੈਂਟ ਆ। ਜੇ ਤੁਸੀਂ ਦਿੱਲੀ 'ਚ ਸਾਨੂੰ ਤੰਗ ਕਰੋਗੇ ਤਾਂ ਪੰਜਾਬ ਦੇ ਵਿੱਚ ਅਸੀਂ ਕੋਈ ਨਾ ਬਖੇੜਾ ਕੋਈ ਇਹੋ ਜਿਹਾ ਖੜਾ ਕਰਾਂਗੇ। ਸੁਰਿੰਦਰ ਜੀ, ਪਰ ਵੱਡਾ ਨੁਕਸਾਨ ਪੰਜਾਬੀਆਂ ਦਾ ਵਾ, ਪੰਜਾਬ ਦੇ ਪੈਸੇ ਦੀ ਬਰਬਾਦੀ ਆ। ਮੈਂ ਦੇਖੋ, ਸੈਸ਼ਨ ਜੇ ਇਲੀਗਲ ਸੀ ਲੀਗਲ ਸੀ, ਗਵਰਨਰ ਸਾਹਿਬ ਨੇ ਉੱਥੇ ਐਡਰੈਸ ਦਿੱਤੀ। ਪਹਿਲੀ ਗੱਲ ਤਾਂ ਆਪਾਂ ਪਹਿਲਾਂ ਵੀ, ਮੈਨੂੰ ਯਾਦ ਆ ਤੁਹਾਡੇ ਹੀ ਟੀਵੀ ਚੈਨਲ ਤੇ ਡਿਬੇਟ ਕੀਤੀ ਸੀਗੀ ਵੀ ਉਸ ਸਪੈਸ਼ਲ ਸੈਸ਼ਨ ਦੀ ਕੋਈ ਰਿਕੁਆਇਰਮੈਂਟ ਹੈ ਨਹੀਂ ਸੀਗੀ, ਕੋਈ ਉਹ ਸੱਦਣਾ ਜ਼ਰੂਰੀ ਨਹੀਂ ਸੀਗਾ ਵੀ ਤੁਸੀਂ ਇੱਕ, ਜਿਵੇਂ ਬਿਲਕੁਲ ਗਵਰਨਰ ਸਾਹਿਬ ਨੇ ਸਹੀ ਲਿਖਿਆ ਵਾ ਵੀ ਇੱਕ ਪੋਲੀਟੀਕਲ ਕਲਾਸ ਨੂੰ ਤੁਸੀਂ ਟਾਰਗੇਟ ਕਰ ਲਈਓ ਸੈਸ਼ਨ ਸੱਦਿਆ ਸੀਗਾ, ਤੇ ਉਹਦੀ ਲੋੜ ਨਹੀਂ ਸੀਗੀ। ਉਹ ਕੋਈ ਬੜਾ ਪੰਜਾਬ ਦੇ ਹਿੱਤਾਂ ਦੇ ਵਿੱਚ ਨਹੀਂ ਸੀ ਜਾ ਰਿਹਾ, ਕਿਉਂਕਿ ਔਨ ਰੂਟੀਨ ਸੈਸ਼ਨ ਆਈ ਜਾਣਾ ਸੀਗਾ। ਜੇ ਕੋਈ ਪੰਜਾਬੀਆਂ ਦੇ ਹਿੱਤਾਂ ਵਾਲਾ ਮੁੱਦਾ ਸੀਗਾ ਤੁਸੀਂ ਉਦੋਂ ਵਿਚਾਰ ਸਕਦੇ ਸੀਗੇ। ਸੁਰਿੰਦਰ ਜੀ, ਬਾਕੀ ਗੱਲ ਹੈ ਕਿ ਜਿਹੜੇ 4 ਬਿੱਲਾਂ ਦੀ ਗੱਲ ਆ, ਜਿਹੜੀ ਹੁਣ ਗਵਰਨਰ ਸਾਹਿਬ ਨੇ ਇੱਕ ਹਿਸਾਬ ਦਾ ਇੱਕ ਪੌਜ਼ ਦੇਤਾ ਵਾ ਉਹਨਾਂ ਨੂੰ, ਉਹਦਾ ਡਾਇਰੈਕਟਲੀ ਜਾਂ ਇਨ ਦਾ ਲਾਰਜਰ ਐਕਸਟੈਂਟ ਪੰਜਾਬੀਆਂ ਦੀ ਵੈਲਫੇਅਰ ਨਾਲ ਕੋਈ ਬੜਾ ਨਾਤਾ ਹੈ ਨਹੀਂਗਾ। ਜੇ ਆਪਾਂ ਬਿਲਕੁਲ ਬ੍ਰੌਡਕਾਸਟਿੰਗ ਦੀ ਗੱਲ ਕਰ ਲਈਏ, SGPC ਦੀ ਗੁਰਬਾਣੀ ਦੀ ਗੱਲ ਕਰ ਲਈਏ, ਉਹ ਇੱਕ ਕੰਟਰੈਕਟ ਖਤਮ ਹੋ ਰਿਹਾ ਸੀਗਾ। SGPC ਕਹਿ ਰਹੀ ਸੀਗੀ ਅਸੀਂ ਆਪ ਦਾ ਚਲਾਵਾਂਗੇ, ਜਾਂ ਜਿਵੇਂ ਵੀ ਜੇ ਉਹ ਲਿਆਉਣਾ ਵੀ ਸੀਗਾ ਤੁਸੀਂ ਮੁੱਦਾ ਪਬਲਿਕ ਡੋਮੇਨ ਦੇ ਵਿੱਚ, ਤੁਹਾਡੇ ਕਮਿੰਗ ਸੈਸ਼ਨ ਦੇ ਵਿੱਚ ਉਹ ਖੂਬ ਲੈ ਆਉਣਾ ਸੀਗਾ। DGP ਨੂੰ ਅਪੁਆਇੰਟ ਕਰਨ ਦਾ ਸੀਗਾ, ਯੂਨੀਵਰਸਿਟੀਆਂ ਦੇ ਉੱਤੇ ਗਵਰਨਰ ਨੂੰ ਹਟਾ ਕੇ ਕਰਨਾ ਸੀਗਾ। ਮੈਨੂੰ ਲੱਗਦਾ ਅੱਜ ਦੀ ਤਰੀਕ ਵਿੱਚ, ਚਲੋ ਗਵਰਨਰ ਸਾਹਿਬ ਨੇ ਵੀ ਕਿਹਾ ਮੈਂ ਆਪਣੇ ਸੁਪਰੀਮ ਕੋਰਟ ਦੇ ਵਕੀਲ ਸਾਹਿਬਾਨ ਦੀ, ਅਟਾਰਨੀ ਜਨਰਲ ਦੀ ਸਲਾਹ ਤੋਂ ਬਿਨਾਂ ਨਹੀਂ ਕੁਝ ਕਰੂੰਗਾ ਵੀ ਵੈਦਰ ਯੂ ਕੈਨ ਰਿਪਲੇਸ। ਤੇ ਤੁਸੀਂ, ਮੈਂ ਹੈਰਾਨੀ ਐਜ਼ ਏ ਲੇਮੈਨ ਸੋਚਾਂ, ਤੁਸੀਂ ਜਿਹੜੇ ਬੰਦੇ ਨੂੰ ਰਿਪਲੇਸ ਕਰ ਰਹੇ ਹੋ, ਗਵਰਨਰ ਦੇ ਜਿਹੜਾ ਚਾਂਸਲਰ ਆ ਯੂਨੀਵਰਸਿਟੀਆਂ ਦੇ, ਉਹਦੇ ਕੋਲ ਵੀ ਉਹਦੀ ਸਹਿਮਤੀ ਲੈਣ ਲਈ ਭੇਜ ਰਹੇ ਹੋ ਬਿੱਲ ਵੀ ਤੂੰ ਸਹਿਮਤੀ ਦੇ ਦੇ, ਤੂੰ ਪਾਸੇ ਹੋ ਜਾ, ਮੈਂ ਕਿਸੇ ਹੋਰ ਨੂੰ ਅਪੁਆਇੰਟ ਕਰਦਾ। ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਹੋ ਜਿਹਾ ਕੁਝ ਹੋਇਆ ਵਾ। ਤੇ ਭਗਵੰਤ ਮਾਨ ਸਰਕਾਰ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਨਵੀਂ ਹੈਗੀ, ਸਾਲ ਸਵਾ ਸਾਲ ਹੋਇਆ, ਪਹਿਲੀ ਵਾਰੀ ਫੁੱਲ ਫਲੈਜਡ ਗਵਰਨਮੈਂਟ ਬਣੀ ਆ, ਥੋੜਾ ਜਿਹਾ ਇਸ ਪਾਸੇ ਥੋੜਾ ਜਿਹਾ ਧਿਆਨ ਚੁਕੰਨੇ ਰਹਿਣਾ ਚਾਹੀਦਾ ਤੇ ਲੀਗਲ ਪ੍ਰੋਵੀਜ਼ਨਸ ਨੂੰ ਘੋਖ ਲੈਣਾ ਚਾਹੀਦਾ ਵਾ, ਕਿਉਂਕਿ ਜਿੱਥੇ ਪੈਸਾ ਖਰਾਬ ਹੋ ਰਿਹਾ ਉਹ ਤਾਂ ਹੋ ਹੀ ਰਿਹਾ। ਹੁਣ ਦੇਖੋ, ਹੜ੍ਹਾਂ ਦੀ ਮਾਰ ਆ, ਤੁਸੀਂ ਉੱਥੇ ਕੰਪਨਸੇਸ਼ਨ ਦੇਣੀ ਆ, ਕੁਝ ਉੱਥੇ ਡੈਥਸ ਹੋ ਗਈਆਂ, ਤੁਸੀਂ ਹਜੇ ਤੱਕ ਅਵਾਰਡ ਨਹੀਂ ਕਰ ਸਕੇ, ਕੰਪਨਸੇਸ਼ਨ ਅਨਾਉਂਸ ਨਹੀਂ ਕਰ ਸਕੇ, ਤੇ ਕਰੋੜਾਂ ਰੁਪਈਏ ਤੁਸੀਂ ਇੱਕ ਸੈਸ਼ਨ ਬੁਲਾ ਲੈਂਦੇ ਹੋ ਜਿੱਥੇ ਤੁਸੀਂ ਉਡਾ ਦਿੰਦੇ ਹੋ, ਜਾਂ ਤੁਹਾਡੇ ਖਰਚ ਹੋ ਜਾਂਦੇ ਆ, ਸਾਰੀ ਮਸ਼ੀਨਰੀ ਤੁਸੀਂ ਉੱਥੇ ਯੂਜ਼ ਕਰ ਰਹੇ ਹੋ, ਤੇ ਬਾਅਦ ਦੇ ਵਿੱਚ ਤੁਸੀਂ ਜਿਹੜੇ ਬਿੱਲ ਪਾਸ ਕੀਤੇ ਆ ਉਹਦਾ ਕੀ ਹਸ਼ਰ ਹੁੰਦਾ ਤੁਹਾਨੂੰ ਪਤਾ ਵਾ। ਬਾਕੀ ਇਹ ਸੁਰਿੰਦਰ ਜੀ ਪਹਿਲੀ ਗੱਲ ਨਹੀਂ, ਤੁਸੀਂ ਤਾਂ ਸਪੈਸ਼ਲ ਸੈਸ਼ਨ ਦੇ ਵਿੱਚ ਇਹੋ ਜਿਹੇ ਬਿੱਲ ਪਾਸ ਕਰਦੇ ਹੋ, ਤੇ ਆਪਾਂ ਪਹਿਲਾਂ ਵੀ ਦੇਖਿਆ ਕਿਸਾਨੀ ਵੇਲੇ ਵੀ ਬਿੱਲ ਪਾਸ ਹੋਏ ਸੀਗੇ, ਉਹਨਾਂ ਬਿੱਲਾਂ ਦਾ ਨਹੀਂ ਕੁਝ ਬਣਿਆ। ਆਪਾਂ ਪਹਿਲਾਂ ਵੀ ਦੇਖਿਆ ਵਾ ਪੰਜਾਬ ਨੂੰ ਲੈ ਕੇ, UT ਨੂੰ ਲੈ ਕੇ ਵੀ ਬਿੱਲ ਪਾਸ ਹੋਏ ਸੀਗੇ, ਉਹਨਾਂ ਦਾ ਕੁਝ ਵੀ ਨਹੀਂ ਬਣਿਆ। ਇਹਦੇ ਵਿੱਚ ਓਵਰਆਲ ਕਿਤੇ ਨਾ ਕਿਤੇ ਪੋਲੀਟਿਕਸ ਤਾਂ ਚੱਲ ਰਹੀ ਆ BJP ਦੀ ਤੇ ਆਮ ਆਦਮੀ ਪਾਰਟੀ ਦੀ, ਪਰ ਨੁਕਸਾਨ ਪੰਜਾਬੀਆਂ ਦਾ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ। ਪੈਸੇ ਦੀ ਬਰਬਾਦੀ ਪੰਜਾਬੀਆਂ ਦੀ ਹੋ ਰਹੀ ਹੈ, ਟੈਕਸ ਪੇਅਰਸ ਦੀ ਹੋ ਰਹੀ ਆ, ਤੇ ਉਹ ਟੈਕਸ ਪੇਅਰ ਦਾ ਪੈਸਾ ਇਹਨਾਂ ਕੰਮਾਂ ਲਈ ਨਹੀਂ ਹੁੰਦਾ। ਡਾਕਟਰ ਸਾਹਿਬ, ਜਿਹੜਾ ਟਵੀਟਰ ਹੈ, ਤੁਹਾਨੂੰ ਨਹੀਂ ਲੱਗਦਾ ਕਿ ਇਹਨੇ ਤਾਂ ਜ਼ਿਆਦਾ ਹੀ, ਮਤਲਬ ਕਿਉਂਕਿ ਟਵੀਟ ਕਰ ਦੇਣਾ ਬਸ, ਤੇ ਜੇ ਟਵੀਟ ਤੁਹਾਡੇ ਫੇਵਰ 'ਚ ਹੈ ਤਾਂ ਟਵੀਟ ਰਹਿੰਦਾ, ਜੇ ਟਵੀਟ ਪੁੱਠਾ ਪੈਂਦਾ ਤਾਂ ਟਵੀਟ ਡਿਲੀਟ ਵੀ ਕਰ ਦਿੱਤਾ ਜਾਂਦਾ, ਚਾਹੇ ਉਹ ਕਿੱਡਾ ਵੱਡਾ। ਜੀ ਬਿਲਕੁਲ ਸੁਰਿੰਦਰ ਸਿੰਘ ਜੀ, ਤੁਸੀਂ ਦੇਖੋ, ਇੱਕ ਛੇ ਤੁਸੀਂ ਉਹ ਲਾਈਨ ਪੜੋਗੇ ਗਵਰਨਰ ਦੀ ਵੀ ਮੈਂ ਤੁਹਾਡੇ ਨਾਲ, ਸ਼ਾਇਦ ਉਹਨੇ ਲਿਖਿਆ ਵਰਡ ਟੂ ਵਰਡ ਹੋਣਾ ਨਹੀਂ ਚਾਹੁੰਦਾ। ਇੱਕ ਗਵਰਨਰ ਇੱਕ CM ਨੂੰ ਕਹਿ ਰਿਹਾ ਵਾ ਵੀ ਮੈਂ ਤੁਹਾਡੇ ਨਾਲ ਵਰਡ ਟੂ ਵਰਡ ਹੋਣਾ ਨਹੀਂ ਚਾਹੁੰਦਾ, ਹਾਲਾਂਕਿ ਐਗਜ਼ੈਕਟਿਵ ਦਾ ਪ੍ਰਾਈਮ ਡਿਊਟੀ ਹੈਗੀ ਆ ਉਹਨੇ ਗਵਰਨਰ ਨੂੰ
ਐਡਵਾਈਸ ਕਰਨੀ ਆ, ਤੇ ਗਵਰਨਰ ਇਹ ਚੀਜ਼ ਸੀਐਮ ਨੂੰ ਕਹਿ ਦੇਵੇ, ਹੈਡ ਆਫ ਦਾ ਐਗਜ਼ੈਕਟਿਵ ਵੀ ਮੈਂ ਤੈਨੂੰ ਵਰਡ ਟੂ ਵਰਡ ਹੋਣਾ ਨਹੀਂ ਚਾਹੁੰਦਾ। ਇਹ ਜੇ ਕੋਈ ਸੋਚੇ ਤਾਂ ਕਿੰਨੀ ਬੇਇੱਜ਼ਤੀ ਵਾਲੀ ਗੱਲ ਆ, ਕਿੰਨੀ ਲਾਈਟ ਪੋਲਿਟਿਕਸ ਹੋ ਰਹੀ ਆ, ਅਸੀਂ ਕਿੱਧਰ ਨੂੰ ਜਾ ਰਹੇ ਆ। ਗੱਲ ਤੁਹਾਡੀ ਸਹੀ ਆ ਟਵਿੱਟਰ ਦੇ ਜ਼ਮਾਨੇ ਵਿੱਚ ਸਾਨੂੰ ਥੋੜੇ ਜਿਹੇ ਵੀ ਸਾਨੂੰ ਵੀ ਮੈਚਿਓਰ ਹੋਣਾ ਚਾਹੀਦਾ ਸੀ। ਜੇ ਕਮਿਊਨੀਕੇਸ਼ਨ ਵੇ ਈਜ਼ੀ ਹੋ ਗਿਆ, ਪ੍ਰੰਪਟ ਹੋ ਗਿਆ, ਤਾਂ ਸਾਨੂੰ ਵੀ ਉਸ ਲੈਵਲ ਤੇ ਮੈਚਿਓਰ ਹੋਣਾ ਬਣਦਾ ਵਾ। ਅਸੀਂ ਐਵੇਂ ਹੀ ਨਾ ਜਿਵੇਂ ਉਹ ਜਵਾਕਾਂ ਵਾਲੀ ਵੀਡੀਓ ਗੇਮ ਖੇਡਦੇ ਖੇਡਦੇ ਇੱਕ ਦੂਜੇ ਦੀਆਂ ਕਾਰਾਂ ਦੇ ਵਿੱਚ ਕਾਰਾਂ ਮਾਰੀ ਜਾਈਏ। ਤੇ ਸਾਡੇ ਪੋਲੀਟੀਸ਼ੀਅਨ ਨੂੰ ਸਿਆਣਾ ਚ ਹੋਣਾ ਚਾਹੀਦਾ, ਉਹਨਾਂ ਨੂੰ ਦੇਖ ਕੇ ਕਈ ਫੋਲੋ ਕਰਦੇ ਨੇ। ਗਵਰਨਰ ਕੋਈ ਛੋਟੀ ਪੋਸਟ ਨਹੀਂ ਹੁੰਦੀ, ਸੀਐਮ ਕਿਸੇ ਸੂਬੇ ਦਾ, ਉਹ ਵੀ ਪੰਜਾਬ ਵਰਗੇ ਦਾ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ। ਕਿਵੇਂ ਦੇਖਦੇ ਹੋ ਹੁਣ ਜਿਹੜੇ ਇਹ ਚਾਰ, ਉਹਨਾਂ ਨੇ ਤਾਂ ਸਾਫ਼ ਕਹਿ ਦਿੱਤਾ, ਕਹਿੰਦੇ ਇਹ ਸਾਰਾ ਗੈਰ ਸੰਵਿਧਾਨਿਕ ਸੀ। ਤੁਹਾਨੂੰ ਲੱਗਦਾ ਨਹੀਂ ਕਿ ਹੁਣ ਆਮ ਆਦਮੀ ਪਾਰਟੀ ਦਾ ਜ਼ੋਰ ਤਾਂ ਇਸੇ ਚੱਕਰ 'ਚ ਹੀ ਲੱਗ ਜਾਣਾ, ਫਿਰ ਟਾਈਮ ਇਸ 'ਚ ਨਿਕਲ ਜਾਣਾ ਕਿ ਨਹੀਂ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਸੀ ਸਹੀ ਕੀਤੀਆਂ? ਤਾਂ ਜਿਸ ਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਆਖਰਕਾਰ ਨੁਕਸਾਨ ਪੰਜਾਬੀਆਂ ਦਾ ਹੋ ਰਿਹਾ, ਨੁਕਸਾਨ ਪੰਜਾਬ ਦਾ ਹੋ ਰਿਹਾ। ਆਮ ਆਦਮੀ ਪਾਰਟੀ ਕਦੋਂ ਇਹ ਚੀਜ਼ਾਂ ਸਮਝੇਗੀ? ਗਵਰਨਰ ਸਾਹਿਬ ਵੀ ਕਦੋਂ ਇਹ ਚੀਜ਼ਾਂ ਸਮਝਣਗੇ? ਕਿਉਂਕਿ ਇਹ ਸਿਆਸਤਦਾਨ ਨੇ, ਅਸੀਂ ਸਾਡੇ ਇੱਕ ਪਾਸੇ ਅਸੀਂ ਕਹਿੰਦੇ ਨੁਮਾਇੰਦੇ ਆ, ਤਾਂ ਨੁਮਾਇੰਦਿਆਂ ਦੀ ਗੱਲ ਤਾਂ ਉਸ ਤਰੀਕੇ ਨਾਲ ਰੱਖੀ ਜਾਵੇ ਜੀ। ਸੁਰਿੰਦਰ ਜੀ, ਇਹ ਜ਼ਿਆਦਾ ਐਪਰੋਪ੍ਰੀਏਟ ਹੋਊਗਾ, ਸਹੀ ਹੋਊਗਾ ਕਹਿਣਾ ਕਿ ਪੰਜਾਬ, ਮੌਜੂਦਾ ਪੰਜਾਬ ਸਰਕਾਰ ਇਹ ਗੱਲ ਕਦੋਂ ਸਮਝੂਗੀ। ਆਮ ਆਦਮੀ ਪਾਰਟੀ ਨੇ ਇਹ ਗੱਲ ਨਹੀਂ ਸਮਝਣੀ, ਕਿਉਂਕਿ ਆਮ ਆਦਮੀ ਪਾਰਟੀ ਇੱਕ ਪਾਸੇ ਹਾਫ ਸਟੇਟ ਵਿੱਚ ਆ। ਜੇ ਉਹ ਹਾਫ ਸਟੇਟ ਵਾਲੀ ਸਟੈਂਪ ਤੁਸੀਂ ਲਿਆ ਕੇ ਫੁੱਲ ਸਟੇਟ 'ਚ ਇੰਪਲੀਮੈਂਟ ਕਰਨੀ ਚਾਹੋਗੇ, ਉਹੀ ਟਕਰਾਰ ਦੀ ਸਥਿਤੀ ਰੱਖਣਾ ਚਾਹੋਗੇ, ਉਹੀ ਉਹੋ ਜਿਹੇ ਸੂਬੇ ਦੇ ਵਿੱਚ ਜਿੱਥੇ ਅੱਜ ਵਿਕਾਸ ਦੀ ਵੀ ਲੋੜ ਆ, ਜਿੱਥੇ ਅੱਜ ਬਾਰਡਰ ਸਟੇਟ ਹੈਗੀ ਆ, ਤੇ ਮੈਨੂੰ ਲੱਗਦਾ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੈਗਾ ਵਾ। ਇਹ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਰਹੀ। ਹੁਣ ਇਲੈਕਸ਼ਨ ਹੋ ਗਏ, ਸੀਐਮ ਸਰਕਾਰ ਪੰਜਾਬੀਆਂ ਦੀ ਬਣੀ ਆ। ਪੰਜਾਬ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵਾ, ਸਮਝਣਾ ਚਾਹੀਦਾ ਵੀ ਅਸੀਂ ਦਿੱਲੀ ਦੀ ਟਿਊਨ ਤੇ ਜਾਂ ਦਿੱਲੀ ਦੇ ਨੇਤਾਵਾਂ ਦੇ ਇਸ਼ਾਰੇ ਤੇ ਕੰਮ ਨਾ ਕਰੀਏ। ਵੀ ਜੇ ਕਿ ਕਿਸੇ ਪਾਰਟੀ ਨੂੰ ਗਾਲਾਂ ਕੱਢਣ ਲਈ ਵੀ ਸੈਸ਼ਨ ਬੁਲਾ ਲਓ ਜੀ, ਜਿਵੇਂ ਦਿੱਲੀ 'ਚ ਵੀ ਹੋਇਆ ਵਾ, ਤੁਸੀਂ ਪੈਸੇ ਵੇਸਟ ਕਰੋ, ਇਸ ਪਾਸੇ ਨੂੰ ਸਾਨੂੰ ਨਹੀਂ ਤੁਰਨਾ ਚਾਹੀਦਾ। ਸੁਰਿੰਦਰ ਜੀ, ਇਦੋਂ ਗਾਂਹ ਵੱਧ ਕੇ ਵੀ ਮੈਂ ਇਹ ਸੋਚਦਾ, ਜੇ ਵਾਕਿਆ ਹੀ ਅਟਾਰਨੀ ਜਨਰਲ ਨੇ ਇਹਨੂੰ ਇਲੀਗਲ ਸੈਸ਼ਨ ਕਲੇਮ ਡਿਕਲੇਅਰ ਕਰਤਾ, ਦੈਨ ਵਾਟ ਅਬਾਊਟ ਦਾ ਮਨੀ ਜਿਹੜੀ ਵੇਸਟ ਹੋਈ ਆ? ਕਿ ਜੇ ਮੈਂ ਤੁਹਾਡੀ ਗੱਲ 'ਚੋਂ ਗੱਲ ਕੱਢਾਂ ਵੀ ਆਮ ਆਦਮੀ ਪਾਰਟੀ ਉਸ ਪੰਜਾਬ ਨੂੰ ਭਰਪਾਈ ਵੈਸੇ ਤਾਂ ਲੀਗਲੀ ਕੋਈ ਬਣਦੀ ਨਹੀਂ ਕਿ ਵੀ ਕਿਵੇਂ ਕਰੂਗੀ, ਤੇ ਪੰਜਾਬੀਆਂ ਦੀ ਕਚਹਿਰੀ ਦੇ ਵਿੱਚ ਕਿਵੇਂ ਖਰਾ ਉਤਰੂਗਾ। ਇਹ ਮੈਨੂੰ ਲੱਗਦਾ ਇੱਕ ਵੱਡਾ ਇੱਕ ਆਮ ਆਦਮੀ ਪਾਰਟੀ ਦੇ ਲਈ ਵੀ ਸੈਲਫ ਗੋਲ ਹੋਊਗਾ ਜੇ ਇਹ, ਕਿਉਂਕਿ ਨਿਰਾਪੁਰਾ ਆਪਾਂ ਗਾਲਾਂ ਕੱਢੀ ਜਾਈਏ, ਗਵਰਨਰ ਨੂੰ ਕੱਢੀ ਜਾਈਏ, ਬੀਜੇਪੀ ਨੂੰ ਕੱਢੀ ਜਾਈਏ, ਉਹ ਠੀਕ ਆ, ਤੁਹਾਡੇ ਪੋਲੀਟੀਕਲੀ ਸਕੋਰ ਸੈੱਟ ਹੋਣਗੇ, ਪਰ ਜਿੱਥੇ ਕਨਸਟੀਟਿਊਸ਼ਨਲ ਜਾਂ ਲੀਗਲਿਟੀ ਦੀ ਗੱਲ ਆ ਜਾਂਦੀ ਹੈ, ਜੇ ਤੁਸੀਂ ਉੱਥੇ ਔਰ ਆਪਦਾ ਬਿਹੇਵੀਅਰ ਰਿਫਲੈਕਟ ਕਰਾਉਣੇ ਆ, ਤਾਂ ਇਹਦੇ ਵਿੱਚ ਪੰਜਾਬ ਦਾ ਤਾਂ ਨੁਕਸਾਨ ਹੈ ਹੀ ਹੈ, ਤੁਹਾਡਾ ਜਿਹੜੀ ਸਰਕਾਰ ਹੈਗੀ ਆ ਤੇ ਪੋਲੀਟੀਕਲੀ ਆਮ ਆਦਮੀ ਪਾਰਟੀ ਦਾ ਹੀ ਬਹੁਤ ਵੱਡਾ ਨੁਕਸਾਨ ਹੈ। ਡਾਕਟਰ ਸਾਹਿਬ, ਕਿਵੇਂ ਲੱਗਦਾ ਜਿਸ ਤਰੀਕੇ ਨਾਲ ਹੜ੍ਹਾਂ ਦੀ ਸਥਿਤੀ ਨੂੰ ਇਹ ਸਰਕਾਰ ਇਸ ਟਾਈਮ ਨਿਪਟ ਰਹੀ ਹੈ, ਉਹਨੂੰ ਕਿਵੇਂ ਦੇਖਦੇ ਹੋ? ਕਿ ਮਾਨ ਸਾਹਿਬ ਦਾ ਜਾਣਾ, ਲੋਕਾਂ ਦੇ ਵਿੱਚ ਵਿਚਰਨਾ, ਫਿਰ ਉਹ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਉਸ ਤਰੀਕੇ ਨਾਲ, ਜਿਵੇਂ ਟਵਿੱਟਰ ਦੀ ਆਪਾਂ ਗੱਲ ਕਰ ਲਈ, ਉੱਥੇ ਵੀ ਸੋਸ਼ਲ ਮੀਡੀਆ ਤੇ ਉਹ ਆਮ ਆਦਮੀ ਪਾਰਟੀ ਦੇ ਸਾਰੇ MLA, ਸਾਰੇ ਨੇਤਾ ਛਾਏ ਹੋਏ ਨੇ, ਇਹ ਕਿਵੇਂ ਦੇਖਦੇ ਹੋ? ਕੀ ਲੱਗਦਾ ਤੁਹਾਨੂੰ ਵਾਕਈ 2024 'ਚ ਇਹਨਾਂ ਦਾ ਇਸ ਦਾ ਫਰਕ ਦੇਖਣ ਨੂੰ ਮਿਲੇਗਾ? ਨਹੀਂ, ਦੇਖੋ, ਮੈਨੂੰ ਨਹੀਂ ਲੱਗਦਾ ਵੀ ਕੋਈ ਇਹਦੇ ਨਾਲ ਤੁਸੀਂ ਵੋਟ ਗੇਨ ਵਾਲੇ ਪਾਸੇ ਨੂੰ ਚੱਲ ਜਾਵੋਗੇ। ICM ਠੀਕ ਆ, ਦੌਰਾ ਕਰਨਾ ਚਾਹੀਦਾ, ਉਹ ਬੱਸ ਤੇ ਕਰੇ, ਟਰੈਕਟਰ ਤੇ ਕਰੇ, ਹਵਾਈ ਜਹਾਜ਼ ਤੇ ਕਰੇ, ਉਹਨੂੰ ਹੈਡ ਆਫ ਦਾ ਸਟੇਟ ਸਾਰਾ ਕੁਝ ਉਹਦੀ ਨੌਲੇਜ ਦੇ ਵਿੱਚ ਚਾਹੀਦਾ ਵੀ ਕਿੱਥੇ ਕੀ ਹੋ ਰਿਹਾ, ਉਹ ਨੌਲੇਜ ਥਰੂ DCs ਆਵੇ ਜਾਂ ਆਪ ਫਸਟ ਹੈਂਡ ਨੌਲੇਜ ਪ੍ਰਾਪਤ ਕਰੇ। ਇਹ ਤਾਂ ਹੈਗਾ ਹੀ ਹੈਗਾ ਵਾ, CM ਦਾ ਇੱਕ ਡਿਊਟੀ ਵੀ, ਇੱਕ ਕਰਤੱਵ ਕੀ ਆ। ਪਰ ਵੱਧ ਕੇ ਤੁਸੀਂ ਉਦੋਂ ਗਾਂਹ ਕੀ ਕਰ ਰਹੇ ਹੋ? ਤੁਸੀਂ ਕੰਪਨਸੇਸ਼ਨ ਦੇ ਰਹੇ ਹੋ, ਤੁਸੀਂ ਕਿ ਗੱਲੀ ਬਾਤੀ ਸਾਰ ਰਹੇ ਹੋ? ਹੁਣ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਡੈਥਸ ਹੋ ਗਈਆਂ, ਉਹਨਾਂ ਦਾ ਮੈਨੂੰ ਲੱਗਦਾ ਹਜੇ ਕੰਪਨਸੇਸ਼ਨ ਦਾ ਕੋਈ ਨਹੀਂ ਹੋਇਆ। ਫਸਲ ਬਰਬਾਦ ਹੋ ਗਈ, ਸੁਣਨ 'ਚ ਇੱਥੋਂ ਤੱਕ ਵੀ ਆਇਆ ਬਈ ਪੰਜਾਬ ਦੇ ਵਿੱਚ ਪਹਿਲਾਂ ਜਿਹੜੀ ਕਣਕ ਦੀ ਫਸਲ ਬਰਬਾਦ ਹੋ ਗਈ ਸੀ, ਉਹਦਾ ਤਾਂ ਕੰਪਨਸੇਸ਼ਨ ਮਿਲਿਆ ਨਹੀਂਗਾ। ਹੁਣ ਝੋਨੇ ਦੀ ਆਹ ਜਿਹੜੀ ਲਵਾਈ ਸੀਗੀ ਸਾਰੀ ਸੀਗੀ, ਇਹਦਾ ਕੋਈ ਕੰਪਨਸੇਸ਼ਨ ਹਜੇ ਤੱਕ ਅਨਾਉਂਸ ਨਹੀਂ ਹੋਇਆ। ਇਦੋਂ ਵੀ ਵੱਧ ਕੇ ਮੈਂ ਇੱਕ ਪ੍ਰਾਈਵੇਟ ਸੈੱਟ ਕੀਤੀ ਜਾ ਰਹੀ ਆ, ਜਿਵੇਂ ਨਵੀਂ ਪਨੀਰੀ ਬੀਜ ਕੇ ਤੁਸੀਂ ਨਵਾਂ ਹੀ ਝੋਨਾ ਲਾ ਲਓ, ਜਿਹੜਾ ਹੁਣ ਅਗਸਤ ਦੇ ਵਿੱਚ ਝੋਨਾ ਲੱਗੂਗਾ, ਉਹ ਨਵੰਬਰ ਦਸੰਬਰ ਦੇ ਵਿੱਚ ਜਾ ਕੇ ਪੱਕੂਗਾ, ਤੇ ਉਹਦਾ ਇਨਵਾਇਰਮੈਂਟਲ ਇਫੈਕਟ ਕੀ ਹੋਣੇ ਆ। ਇਹ ਸਾਰੀਆਂ ਗੱਲਾਂ ਦੇਖਦੇ ਹੋਏ ਇਕੁਅਲ ਟੂ ਦਾ ਇਹੀ ਹੁੰਦਾ ਵੀ ਜਿਹੜਾ ਕੁਝ ਇੱਕ ਫੋਟੋ ਰਾਜਨੀਤੀ ਜ਼ਿਆਦਾ ਹੋ ਰਹੀ ਆ, ਇਸ਼ਤਿਹਾਰਬਾਜ਼ੀ ਰਾਜਨੀਤੀ ਜ਼ਿਆਦਾ ਹੋ ਰਹੀ ਆ, ਅਸਲ ਦੇ ਵਿੱਚ ਜਿਹੜੀ ਰਿਲੀਫ ਦੇਣ ਵਾਲੀ ਗੱਲ ਹੈਗੀ ਆ ਵਿਕਟਮਸ ਨੂੰ, ਫਲੱਡ ਦੇ, ਇਸ ਨੂੰ, ਉਹ ਕਿਤੇ ਨਾ ਕਿਤੇ ਘੱਟ ਨਜ਼ਰ ਆ ਰਹੀ। ਤੇ ਹੁਣ ਗੁਰਦੁਆਰਾ ਐਕਟ ਦਾ ਕੀ ਤੁਹਾਨੂੰ ਲੱਗਦਾ? ਕਿਉਂਕਿ ਇੱਥੇ ਜੇ ਹੁਣ ਜੇ ਆਪਾਂ ਅੱਜ ਚਿੱਠੀ ਜਿਹੜੀ ਪੜ੍ਹ ਲਈ ਹੈ ਗਵਰਨਰ ਸਾਹਿਬ ਦੀ, ਮੂੰਹ ਦੀ ਖਾਣੀ ਪੈਣੀ ਆ ਜੀ, ਪੰਜਾਬ ਸਰਕਾਰ ਨੂੰ ਮੂੰਹ ਦੀ ਖਾਣੀ ਪੈਣੀ ਆ
ਕਿਉਂਕਿ ਗੁਰਦੁਆਰਾ ਐਕਟ ਲੀਗਲੀ ਚਲੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਰੱਖਦੀ ਸੀ ਤਾਂ ਉਹਨਾਂ ਨੇ ਪਾਸ ਕਰਤਾ ਵੀ ਇੱਕ ਪ੍ਰੈਜ਼ੀਡੈਂਟ ਵੀ ਸੈੱਟ ਹੋਈ ਵੀ ਆ ਵੀ ਪਹਿਲਾਂ ਜੇ ਐਸਜੀਪੀਸੀ ਦੇ ਤੁਹਾਡੇ ਅਕਾਰਡਸ ਹੈਗੇ ਆ ਕਿਤੇ ਨਾ ਕਿਤੇ ਹੈਗੇ ਆ। ਬਾਕੀ ਮੈਂ ਤਾਂ ਇਹੀ ਮਹਿਸੂਸ ਕਰਦਾ ਵੀ ਚੰਗਾ ਨਹੀਂ ਕਰ ਰਹੀ, ਕਿਉਂਕਿ ਜੇ ਐਸਜੀਪੀਸੀ ਨੇ ਆਪਦਾ ਚੈਨਲ YouTube ਲਾਂਚ ਕਰ ਹੀ ਦਿੱਤਾ, ਉਹ ਕਹਿ ਰਹੇ ਆ ਅਸੀਂ ਇਮੀਡੀਏਟਲੀ ਆਈ ਥਿੰਕ 23-24 ਤਰੀਕ ਨੂੰ ਜੁਲਾਈ ਦੀ ਨੂੰ ਕਰ ਦੇਣਾ। 24 ਜੁਲਾਈ ਜੀ ਹਾਂ 24 ਜੁਲਾਈ ਤੇ ਦਿਨ ਕੀ ਰਹਿ ਜਾਂਦਾ ਰੋਲ ਪੰਜਾਬ ਗਵਰਨਮੈਂਟ ਦਾ, ਉਹਦੇ ਚ ਕੀ ਰੋਲ ਰਹਿ ਜਾਂਦਾ ਵਾ ਤੇ ਕੀ ਉਹ ਕਰਨਗੇ। ਤੇ ਮੈਨੂੰ ਲੱਗਦਾ ਇਹ ਬੜਾ ਇਮੈਚਿਓਰ ਜਿਹਾ, ਸੌਰੀ ਟੂ ਸੇ, ਸਾਡੇ ਕੋਲੇ ਵੀ ਬੜੇ ਵੱਡੇ ਵੱਡੇ ਬ੍ਰੇਨ ਹੈਗੇ ਆ ਹਾਈ ਕੋਰਟ ਦੇ ਵਿੱਚ, ਸੀਐਮ ਸਾਹਿਬ ਜਾਂ ਦਾ ਪ੍ਰੋਪਰ ਸਲਾਹ ਨਹੀਂ ਲੈਂਦੇ ਜਾਂ ਸਲਾਹ ਉਹਨਾਂ ਨੂੰ ਪ੍ਰੋਪਰ ਮਿਲਦੀ ਨਹੀਂ ਗੀ। ਪਰ ਵੀ ਇਹੋ ਜਿਹੇ ਇਸ਼ੂਜ਼ ਨੂੰ ਲੈ ਕੇ ਤੁਸੀਂ ਜਲਦਬਾਜ਼ੀ ਇਹ ਉਹ, ਕਿਉਂਕਿ ਪੋਲੀਟੀਕਲੀ ਸਕੋਰ ਕਰਨ ਲਈ ਤਾਂ ਆਪਣੇ ਕੋਲ ਹੋਰ ਮੁੱਦੇ ਬਥੇਰੇ ਹੁੰਦੇ ਆ ਤੇ ਤੁਸੀਂ ਇਹੋ ਜਿਹੇ ਮੁੱਦਿਆਂ ਨੂੰ ਲਿਆ ਕੇ ਤੇ ਹੁਣ ਐਸਜੀਪੀਸੀ ਦੀ ਤੁਸੀਂ ਗੱਲ ਕੀਤੀ ਆ, ਐਜ਼ ਇਟ ਇਜ਼ ਹੀ ਗਵਰਨਰਸ ਦੀ, ਜਿਵੇਂ ਤੁਸੀਂ ਯੂਨੀਵਰਸਿਟੀਆਂ ਦੀ ਗੱਲ ਕੀਤੀ ਆ, ਡੀਜੀਪੀ ਆ, ਇਹ ਮੈਨੂੰ ਲੱਗਦਾ ਨਹੀਂ ਵੀ ਸੀਐਮ ਸਾਹਿਬ ਇਹਦੇ ਵਿੱਚ ਖੱਟ ਪਾਉਣਗੇ। ਤੇ ਡਾਕਟਰ ਸਾਹਿਬ ਉਧਰ ਕੱਲ ਐਨਡੀਏ ਦੀ ਵੀ ਮੀਟਿੰਗ ਹੈ, ਅੱਜ ਜਿਹੜਾ ਵਿਰੋਧੀ ਧਿਰ ਸੀ ਉਹਨਾਂ ਨੇ ਮੀਟਿੰਗ ਬੁਲਾਈ ਹੋਈ ਸੀ ਬੈਂਗਲੌਰ ਦੇ ਵਿੱਚ। ਹਾਲਾਂਕਿ ਕੱਲ ਪੂਰੀ ਦੇਖਿਆ ਜਾਵੇ ਕਿਉਂਕਿ ਕੁਛ ਅੱਜ ਪਹੁੰਚੇ ਤੇ ਕੁਛ ਨਹੀਂ ਪਹੁੰਚੇ, ਪਰ ਕੱਲ ਐਨਡੀਏ ਦੀ ਵੀ ਉਧਰ ਮੀਟਿੰਗ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਕਿੱਥੇ ਦੇਖਦੇ ਹੋ? ਕੱਲ ਸੁਖਬੀਰ ਬਾਦਲ ਜੀ ਜਾਣਗੇ ਕਿ ਨਹੀਂ ਜਾਣਗੇ? ਕਿਉਂਕਿ ਯੂਸੀਸੀ ਦਾ ਤਾਂ ਉਹ ਵਿਰੋਧ ਕਰ ਚੁੱਕੇ ਨੇ। ਕਿਵੇਂ ਦੇਖਦੇ ਹੋ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੀ ਸਥਿਤੀ ਹੈ? ਭਾਜਪਾ ਨਾਲ ਜਾਵੇ ਨਾ ਜਾਵੇ? ਬਿਲਕੁਲ, ਸ਼੍ਰੋਮਣੀ ਅਕਾਲੀ ਦਲ ਦੀ ਬੜੀ ਸਥਿਤੀ ਅਜੀਬੋ ਗਰੀਬ ਬਣੀ ਹੋਈ ਹੈ ਅੱਜ ਦੀ ਤਰੀਕ ਦੇ ਵਿੱਚ। ਤਾਂ ਦੇਖੋ, ਜਿਵੇਂ ਡਿਬੇਟ ਪਹਿਲਾਂ ਸ਼ੁਰੂ ਹੋਣ ਤੱਕ ਉਹਨਾਂ ਨੂੰ ਕੋਈ ਇਨਵੀਟੇਸ਼ਨ ਨਹੀਂ ਆਇਆ ਸੀਗਾ ਤੇ ਮੈਨੂੰ ਲੱਗਦਾ ਜਿਸ ਤਰ੍ਹਾਂ ਨਾਲ ਸੈਪਰੇਸ਼ਨ ਹੋਈ ਸੀਗੀ ਉਸ ਤਰ੍ਹਾਂ ਨਾਲ ਵਿਦਆਊਟ ਇਨਵੀਟੇਸ਼ਨ ਅਕਾਲੀ ਦਲ ਦੇ ਨੇਤਾ ਜਾਣਗੇ ਵੀ ਨਹੀਂਗੇ। ਵੱਡੀ ਗੱਲ ਸੁਰਿੰਦਰ ਜੀ, ਮੈਂ ਇਹ ਮਹਿਸੂਸ ਕਰਦਾ ਵੀ ਅਕਾਲੀ ਦਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈਗੀ ਆ, ਚਾਹੇ ਉਹ ABCD ਕੋਈ ਵੀ ਹੋਵੇ। ਅੱਜ ਅਕਾਲੀ ਦਲ ਆ, ਕੱਲ ਨੂੰ ਕੋਈ ਹੋਰ ਦੱਸ ਸਕਦੀ ਆ, ਉਹ ਗਵਰਨਮੈਂਟ ਬਣਾਵੇ ਕਿ ਨਾ ਬਣਾਵੇ, ਸੈਕੰਡਰੀ ਗੱਲ ਹੈਗੀ ਆ। ਸੁਰਿੰਦਰ ਜੀ, ਵੱਡੀ ਗੱਲ ਅਕਾਲੀ ਦਲ ਦੇ ਲੈਂਸ ਤੋਂ ਜੇ ਮੈਂ ਕਹਾਂ, ਅਕਾਲੀ ਦਲ ਨੂੰ 2024 ਦੀ ਇਲੈਕਸ਼ਨ ਦੇ ਵਿੱਚ ਕੋਈ ਬੜਾ ਇੰਟਰਸਟ ਨਹੀਂ, ਜਾਂ ਉਹ ਕੋਈ ਆਪਦਾ PM ਨਹੀਂ ਬਿਠਾਉਣਾ ਚਾਹੁੰਦੇ ਦਿੱਲੀ ਦੀ ਕੁਰਸੀ ਦੇ ਉੱਤੇ, ਦਿੱਲੀ ਦਰਬਾਰ ਦੇ ਵਿੱਚ। 2024 ਦੀ ਇਲੈਕਸ਼ਨ ਅਹਿਮ ਹੈ ਤਾਂ ਬੀਜੇਪੀ ਲਈ ਹੈ, ਅਕਾਲੀ ਦਲ ਤਾਂ ਥੋੜਾ ਜਿਹਾ ਭਾਰਾ ਵੀ ਹੈਗਾ ਵਾ। ਐਨੀਹਾਊ ਅੱਜ ਤੱਕ ਹਜੇ ਤੱਕ ਕੋਈ ਮੈਨੂੰ ਲੱਗਦਾ ਇਨਵੀਟੇਸ਼ਨ ਨਹੀਂਗਾ। ਜੇ ਅੱਗੇ ਉਹਨਾਂ ਇਨਵੀਟੇਸ਼ਨ ਆਇਆ ਤਾਂ ਮੈਨੂੰ ਲੱਗਦਾ ਸੱਦੀ ਹੋਈ ਮਿੱਤਰਾਂ ਦੀ, ਜਿਵੇਂ ਕਹਿੰਦੇ ਹੁੰਦੇ ਪੈਰੀ ਜੁੱਤੀ ਨਾ ਪਾਵਾਂ, ਤਾਂ ਭੱਜ ਕੇ ਜਾਣਗੇ ਅਕਾਲੀ ਦਲ ਵਾਲੇ। ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਬੜੀਆਂ ਚਰਚਾਵਾਂ ਆ ਰਹੀਆਂ ਵੀ ਕਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਮੰਚ ਤੇ ਹੋਈਆਂ ਨੇ। ਹਾਲਾਂਕਿ ਪੰਜਾਬ ਦੇ ਵਿੱਚ ਦੋਨੇ ਮੂਹਰੇ ਆ ਤੇ ਇਹਦਾ ਇੱਕ ਸਿਗਨਲ ਜਿਹੜਾ ਮੈਂ ਪ੍ਰੇਮਾਪਸਾਈ ਮਹਿਸੂਸ ਕਰਦਾ ਵੀ ਕਾਂਗਰਸ ਕਿਤੇ ਨਾ ਕਿਤੇ ਇਸ ਅਲਾਈਅੰਸ ਦੇ ਵਿੱਚ ਐਟਲੀਸਟ ਪੰਜਾਬ ਦੇ ਵਿੱਚ ਬੈਕਫੁੱਟ ਤੇ ਦਿਖਦੀ ਨਜ਼ਰ ਆ ਰਹੀ ਹੈ। ਜਿਵੇਂ ਪੰਜਾਬ ਦੇ ਕਿਸੇ ਵੀ ਨੇਤਾਵਾਂ ਨੂੰ, ਹਾਲਾਂਕਿ 1.5 ਮਹੀਨੇ ਪਹਿਲਾਂ ਇਹਨਾਂ ਦੇ ਵਿਊ ਵੀ ਜਾਣੇ ਪਏ ਸੀਗੇ, ਰਾਜਸਥਾਨ ਵਾਲਿਆਂ ਨੇ ਵੀ ਆਪਦੇ ਵਿਊ ਦਿੱਤੇ ਸੀਗੇ, ਉਹਨਾਂ ਨੂੰ ਜਿਸ ਤਰ੍ਹਾਂ ਪਾਰਟੀ ਹਾਈ ਕਮਾਂਡ ਨੇ ਨਹੀਂ ਕੀਤਾ ਅਸੈਪਟ, ਤੇ ਦਿੱਲੀ ਵਾਲਿਆਂ ਨੇ ਵੀ ਈਵਨ ਆਪੱਤੀ ਜਤਾਈ ਸੀ ਵੀ ਅਸੀਂ ਵੀ ਮੰਚ ਇੱਕ ਇਕੱਠਾ ਨਾ ਕਰੀਏ। ਤੇ ਕਿਤੇ ਨਾ ਕਿਤੇ ਕਾਂਗਰਸ ਦਾ ਜ਼ਰੂਰ ਨੁਕਸਾਨ ਦਿਖਾਈ ਦੇ ਰਿਹਾ ਵਾ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਆਪੋਜੀਸ਼ਨਸ ਪਾਰਟੀਜ਼। ਪਰ ਬੂਟਾ ਸਿੰਘ ਜੀ, ਮਤਲਬ ਦੇਖਿਆ ਜਾਵੇ ਤਾਂ ਪੰਜਾਬ ਵਾਸਤੇ ਤਾਂ ਪੰਜਾਬ ਦੀ ਕਾਂਗਰਸ ਵਾਸਤੇ ਵੀ ਔਖਾ, ਕਿਉਂਕਿ ਆਮ ਆਦਮੀ ਪਾਰਟੀ ਉੱਥੇ ਹੋ ਜਾਏਗੀ, ਤੇ ਇਹਦਾ ਮਤਲਬ ਅਕਾਲੀਆਂ ਵਾਸਤੇ ਵੀ ਔਖਾ। ਅਕਾਲੀ ਦਲ ਨੂੰ ਸੁਰਿੰਦਰ ਜੀ, ਆਪਾਂ ਨਾ, ਮੈਂ ਕੋਈ ਅਕਾਲੀ ਦਲ ਦਾ ਸਪੋਰਟਰ ਨਹੀਂਗਾ ਜਾਂ ਕੋਈ ਮੈਂ ਉਹੋ ਜਿਹੀ ਗੱਲਬਾਤ ਨਹੀਂ, ਪਰ ਜਿਹੜੇ ਅੱਜ ਪੰਜਾਬ ਦੇ ਵਿੱਚ ਪਿਛਲੇ ਫਿਊ ਡੇਜ਼ ਤੋਂ ਆਪਾਂ ਦੇਖ ਲਈਏ ਡਿਵੈਲਪਮੈਂਟਸ ਹੋਈਆਂ, ਜਿਵੇਂ ਪੰਜਾਬ ਨੂੰ ਇੱਕ ਹਿਸਾਬ ਨਾਲ ਤੁਸੀਂ ਨਾ ਐਕਸਪਲੋਰਟ ਕਰਨ ਦੀ ਗੱਲ ਕੀਤੀ ਗਈ ਆ ਚਾਰੇ ਪਾਸਿਓਂ, ਚਾਹੇ ਉਹ ਹਿਮਾਚਲ ਸਰਕਾਰ ਵੱਲੋਂ ਹੋਵੇ, MBB ਚੰਡੀਗੜ੍ਹ ਦਾ ਉਹ 10 ਏਕੜ ਲੈ ਲੈਣੇ, 12 ਏਕੜ ਦੇ ਦੇਣੇ, ਉਹ ਮਸਲੇ ਹੋਣ। ਉਸ ਤੋਂ ਇੱਕ ਜਨਰਲ ਜੇ ਪੰਜਾਬੀ ਦੇ ਵਿੱਚ ਜਿਹੜਾ ਕਾਮਨ ਤੇ ਸੁਧਾਰ ਫੀਲਿੰਗ ਆਉਣ ਲੱਗ ਗਈ ਆ ਵੀ ਯਾਰ ਇੱਕ ਪੰਜਾਬ ਦੀ ਰੀਜਨਲ ਪਾਰਟੀ ਜ਼ਰੂਰ ਚਾਹੀਦੀ ਆ ਜਿਹੜਾ ਪੋਲੀਟੀਕਲੀ ਅਵੇਅਰ ਹੈਗਾ ਵਾ। ਤੇ ਜੇ ਨੈਸ਼ਨਲ ਪਾਰਟੀਆਂ ਆਪਸ ਵਿੱਚ ਕੋਈ ਖੇਡਾਂ ਖੇਡੀ ਜਾਣ, ਤਾਂ ਜੇ ਅਕਾਲੀ ਦਲ ਆਪਦੇ ਆਪ ਨੂੰ ਇੱਕ ਰੀਜਨਲ ਪਾਰਟੀ ਦੀ ਤੌਰ ਤੇ ਵਿਚਰਦਾ, ਤਾਂ ਮੈਨੂੰ ਲੱਗਦਾ ਉਹਦੇ ਪ੍ਰੋਫਿਟ ਜਾਂ ਲਾਸ ਜਾਂ ਗੇਨ ਵਾਲੀ ਕੋਈ 2024 ਦੀ ਇਲੈਕਸ਼ਨ ਦੇ ਮੱਦੇ ਨਜ਼ਰ ਨਹੀਂ ਕੁਛ ਨਜ਼ਰ ਆ ਰਿਹਾ ਵਾ। ਅਕਾਲੀ ਦਲ ਦਾ ਕੋਈ ਬੜਾ ਨੁਕਸਾਨ ਉਹਦੇ ਚ ਦਿਖਾਈ ਨਹੀਂ ਦੇ ਰਿਹਾ।
ਹਾਂ, ਕਾਂਗਰਸ ਦਾ ਨੁਕਸਾਨ ਦਿਖਾਈ ਦੇ ਰਿਹਾ ਵਾ, ਆਮ ਆਦਮੀ ਪਾਰਟੀ ਦੀ बढ़त ਆ ਰਹੀ ਆ, ਕਿਉਂਕਿ ਜੇ ਆਪੋਜੀਸ਼ਨ ਦੇ ਹੀ ਲੀਡਰ, ਆਪੋਜੀਸ਼ਨ ਰੂਲਿੰਗ ਪਾਰਟੀ ਦਾ ਤਾਂ ਜਾਣਾ, ਤੁਹਾਡੇ ਉਹ ਚੈਨਲਾਂ ਦਾ ਬਾਈਕਾਟ ਕਰ ਦੇਵੇ, ਪ੍ਰੈਸ ਨੂੰ ਸਪੋਰਟ ਨਾ ਕਰੇ, ਦੈਟਸ ਅ ਟੋਟਲੀ ਡਿਫਰੈਂਟ ਮੈਟਰ। ਪਰ ਜਦੋਂ ਆਪੋਜੀਸ਼ਨ ਦੇ ਲੀਡਰ ਮੁੱਦੇ ਉਠਾਉਂਦੇ ਨੇ ਤੇ ਉਹਨਾਂ ਦੀ ਆਕਾ ਜਾਂ ਹਾਈ ਕਮਾਂਡ ਕੋਈ ਗੱਲ ਹੋਰ ਕਹਿ ਦੇਵੇ ਤਾਂ ਉਹ ਇਵੇਂ ਹੁੰਦਾ ਵਾ ਵੀ ਉਹ ਗਵਾਰਾ ਜਿਹੜਾ ਇਸ਼ੂਜ਼ ਦਾ ਭਰਿਆ ਉਹਦੀ ਇੱਕਦਮ ਤੁਸੀਂ ਹਵਾ ਕੱਢ ਦੇਣੀ ਆ, ਹਨਾ ਜੀ। ਤੇ ਨੋ ਡਾਊਟ ਇਸ਼ੂ ਬੇਸਡ ਪੋਲੀਟਿਕਸ ਆ ਜਾਂ ਜਿਹੜੇ ਵੀ ਉਠਾਏ ਜਾਂਦੇ ਆ, ਪਰ ਆਮ ਵੋਟਰ ਵਿੱਚ ਜਿਹੜੀ ਜਾਂਦੀ ਆ ਵੀ ਯਾਰ ਇਹ ਪੰਜਾਬ ਵਾਲੇ ਤਾਂ ਐਵੇਂ ਹੀ ਰੌਲਾ ਪਾਈ ਜਾਂਦੇ ਆ, ਉੱਤੋਂ ਇਹ ਦੋਨੇ ਇੱਕੋ ਮਿਲੇ ਹੋਏ ਹੈਗੇ ਆ, ਜਿਹੜੀਆਂ ਇਹ ਕਲਾਸਾਂ ਕਾਂਗਰਸ ਤੇ ਆਪ ਹੈਗੀਆਂ। ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਓਪੋਜੀਸ਼ਨ ਦੇ ਵਿੱਚ ਇਸ਼ੂ ਰੇਜ਼ ਕਰਦਾ ਵਾ ਉਹ ਥੋੜਾ ਜਿਹਾ ਬੈਕਫੁੱਟ ਤੇ ਚਲਿਆ ਜਾਂਦਾ ਵਾ, ਕਿਉਂਕਿ ਉਹਦੀ ਓਨੀ ਫਿਰ ਨਹੀਂ ਰਹਿੰਦੀ ਤੇ ਜਿਹੜੀ ਰੂਲਿੰਗ ਹੁੰਦੀ ਆ ਉਹ ਗੇਨ ਕਰਨ ਵਾਲੇ ਪਾਸੇ ਨੂੰ ਜਾਂਦੀ। ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਇਹ ਰਾਜਨੀਤਿਕ ਪਾਰਟੀਆਂ ਨੂੰ ਵੀ ਆਪਦੀ ਸਟ੍ਰੈਟਜੀ ਬਦਲ ਲੈਣੀ ਚਾਹੀਦੀ ਹੈ? ਕਿਉਂਕਿ ਹੁਣ ਉਹ ਕੈਡਰ ਵਾਲਾ ਹਿਸਾਬ ਕਿਤਾਬ ਨਹੀਂ ਲਿਆ, ਕਿਉਂਕਿ ਹੁਣ ਲੋਕ ਪੜ੍ਹੇ ਲਿਖੇ ਹੋ ਗਏ ਨੇ, ਹੁਣ ਉਹ ਪੁਰਾਣਾ ਟਾਈਮ ਨਹੀਂ ਰਿਹਾ। ਤਾਂ ਹੁਣ ਲੋਕ ਮੁੱਦਿਆਂ ਦੀ ਰਾਜਨੀਤੀ ਚਾਹੁੰਦੇ ਨੇ, ਲੋਕ ਮੁੱਦਿਆਂ ਦੀ ਗੱਲ ਕਰਦੇ ਨੇ। ਪਰ ਇਹਨਾਂ ਵਾਸਤੇ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਕਿ ਅਗਰ ਮੈਂ ਇੱਕ ਚਿਹਰਾ ਲੈ ਲਿਆ ਤਾਂ ਸ਼ਾਇਦ ਮੇਰੀ ਉਹ ਸੀਟ ਹੀ ਆ ਜਾਏਗੀ। ਪਰ ਇਹੋ ਜਿਹਾ ਨਹੀਂ, ਕਿਉਂਕਿ ਪੰਜਾਬੀਆਂ ਨੇ ਤਾਂ ਐਤਕੀ ਦਿਖਾਈ ਦਿੱਤਾ, ਨਹੀਂ ਤਾਂ ਪ੍ਰਕਾਸ਼ ਸਿੰਘ ਬਾਦਲ ਉਹ ਜਿੱਤ ਸਕਦੇ ਸੀਗੇ। ਜੇ ਬਾਦਲ ਪਰਿਵਾਰ ਅੱਜ ਉਹ ਸਭ ਤੋਂ ਜ਼ਿਆਦਾ ਜਾਣਦਾ ਹੋਊਗਾ ਕਿ ਕਿਸ ਤਰੀਕੇ ਨਾਲ ਪੰਜਾਬ ਨੇ ਵਾਕਈ ਇੱਕ ਨਵੀਂ ਪਿਰਤ ਪਾਈ ਹੈ, ਤੇ ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਕੇਂਦਰ ਇਹ ਵੀ ਸਾਰੀਆਂ ਪਾਰਟੀਆਂ ਨੂੰ ਇੱਥੋਂ ਸਿੱਖ ਲੈਣੀ ਚਾਹੀਦੀ ਹੈ ਕਿ ਮੁੱਦਿਆਂ ਦੀ ਰਾਜਨੀਤੀ ਕਰੀਏ, ਚਿਹਰਿਆਂ ਦੀ ਰਾਜਨੀਤੀ ਤੋਂ ਉੱਪਰ ਉੱਠੀਏ? ਜੀ ਬਿਲਕੁਲ ਬਿਲਕੁਲ, ਤੁਹਾਡੀ ਗੱਲ ਇਹ ਦਰੁਸਤ ਹੈਗੀ ਆ ਜੀ, ਵੀ ਇਸ਼ੂ ਓਰੀਐਂਟਡ ਪੋਲੀਟਿਕਸ ਹੋਣੀ ਚਾਹੀਦੀ ਆ। ਪਰ ਸੁਰਿੰਦਰ ਜੀ, ਇੰਡੀਅਨ ਸਾਈਕੀ ਇਹ ਵੀ ਹੈਗੀ ਆ ਵੀ ਇਹ ਕ੍ਰਿਜ਼ਮਾ ਪੋਲੀਟਿਕਸ ਦੇ ਆਲੇ ਦੁਆਲੇ ਘੁੰਮਦੀ ਆ। ਦੇਖਦੇ ਆ ਬਈ ਵੱਡਾ ਲੀਡਰ ਉੱਪਰ ਕੌਣ ਹੈਗਾ ਵਾ, ਅਸੀਂ ਉਹਨੂੰ ਫੋਲੋ ਕਰਦੇ ਆ ਨਹੀਂ ਕਰਦੇ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। 21ਵੀਂ ਸਦੀ ਦੇ ਵਿੱਚ ਇਸ਼ੂ ਓਰੀਐਂਟਡ ਪੋਲੀਟਿਕਸ ਹੋਣੀ ਚਾਹੀਦੀ ਆ, ਸਾਰਾ ਕੁਝ ਬਦਲਣਾ ਚਾਹੀਦਾ ਵਾ। ਤੇ ਉਹ ਕੈਡਰ ਵਾਲੀ ਪੋਲੀਟਿਕਸ ਬਿਲਕੁਲ ਪੰਜਾਬ ਨੇ, ਤੁਹਾਡੀ ਬਿਲਕੁਲ ਗੱਲ ਸਹੀ ਹੈ, ਐਤਕੀ ਉਹ ਇੱਕ ਹਿਸਾਬ ਨਾਲ ਖਤਮ ਕਰਤੀ। ਜਿਹੜੀ ਪਾਰਟੀ ਦਾ ਕੈਡਰ ਵੀ ਹੈ ਨਹੀਂ ਸੀਗਾ ਉਹਨੂੰ ਐਡੀ ਵੱਡੀ ਬਹੁਮਤ ਦੇਤੀ। ਪਰ ਸੁਰਿੰਦਰ ਜੀ, ਇਹ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਕਿਸੇ ਹੱਦ ਤੱਕ ਸਹਿਮਤ ਹੈਗਾ ਵਾਂ, ਪਰ ਜਿਹੜਾ ਸਾਡਾ ਰੋਜ਼ਮਰਾ ਦਾ ਪ੍ਰੈਕਟੀਕਲੀ ਪੋਲੀਟਿਕਸ ਨੂੰ ਮੈਂ ਜੇ ਕਹਿਦਾ, ਪ੍ਰੈਕਟੀਕਲੀ ਪੋਲੀਟਿਕਸ ਹੈਗੀ ਆ, ਜਿਹੜੀ ਪਿੰਡਾਂ ਦੀ ਪੋਲੀਟਿਕਸ ਹੈਗੀ ਆ, ਸ਼ਹਿਰਾਂ ਦੀ ਪੋਲੀਟਿਕਸ ਹੈਗੀ ਆ, ਅੱਜ ਅਸੀਂ ਉਸ ਲੈਵਲ ਤੱਕ ਵੀ ਪੜ੍ਹੇ ਲਿਖੇ ਹੈ ਨਹੀਂ। ਅਸੀਂ ਕੁਝ % ਲੋਕੀ ਹੈ ਤੇ ਉਹ ਮੈਨੂੰ ਲੱਗਦਾ ਉਹਨਾਂ 'ਚ ਅੱਧੇ ਵੋਟ ਨਹੀਂ ਪਾਉਣ ਜਾਂਦੇ। ਪਰ ਜਿਹੜੇ ਜਦੋਂ ਆਪਾਂ ਵੋਟ ਬੈਂਕ ਦੀ ਗੱਲ ਕਰਦੇ ਆ, ਸਾਡੀ ਵੋਟ ਬੈਂਕ ਤਾਂ ਅੱਜ ਵੀ ਕੈਡਰ ਲਾਈਕ ਕਰਦੀ ਆ, ਅੱਜ ਵੀ ਫ੍ਰੀਵੀਜ਼ ਦੇ ਆਲੇ ਦੁਆਲੇ ਘੁੰਮਦੀ ਆ, ਅੱਜ ਵੀ ਦੇਖਦੀ ਆ ਵੀ ਸਾਡਾ ਥਾਣੇ ਕਚਹਿਰੀਆਂ ਹੀ ਸਾਡੀ ਉਂਗਲ ਫੜਨ ਵਾਲਾ ਕੌਣ ਆ। ਤੇ ਅੱਜ ਦੀ ਤਰੀਕ ਦੇ ਵਿੱਚ ਜਾਂ ਇਸ ਡਿਕੇਡ ਦੇ ਵਿੱਚ ਤੁਸੀਂ ਕੈਡਰ ਬੇਸ ਪੋਲੀਟਿਕਸ ਦਾ ਇੱਕ ਐਕਸਪੈਰੀਮੈਂਟ ਪੰਜਾਬ ਦੇ ਵਿੱਚ ਹੋਇਆ ਵਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਉਹਦਾ ਜਿਹੜਾ ਅੱਗੇ ਉਹਦੀ ਫਾਈਨੈਲਿਟੀ ਕੀ ਆ, ਅੱਗੇ ਆਉਣ ਵਾਲੇ ਸਮੇਂ 'ਚ ਉਹ ਕਿਵੇਂ ਰਹੂਗਾ, ਉਹ ਕਮਿੰਗ ਇਲੈਕਸ਼ਨ ਦੇ ਵਿੱਚ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲ ਸਕਦਾ। ਕਿਉਂਕਿ ਡਾਕਟਰ ਸਾਹਿਬ ਤੁਸੀਂ ਇਹ ਦੇਖੋ ਵੀ ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਪਾਰਟੀ ਨਾਲ ਜਿਹੜਾ ਜੁੜਿਆ ਉਹਦਾ ਵੇਟੇਜ ਜ਼ਿਆਦਾ ਹੋਊਗੀ। ਹੁਣ ਜਾਖੜ ਵਾਲੇ ਕੇਸ 'ਚ ਕਿਹੜੀ ਵੇਟੇਜ ਜ਼ਿਆਦਾ ਹੈ? ਸੁਸ਼ੀਲ ਰਿੰਕੂ ਵਾਲੇ ਕੇਸ 'ਚ ਕਿਹੜੀ ਵੇਟੇਜ ਜ਼ਿਆਦਾ ਹੈ? ਆਮ ਆਦਮੀ ਪਾਰਟੀ ਵੀ ਉਸ ਤੋਂ ਅੱਖੋਂ ਪਰੋਖੇ ਕਰ ਦਿੱਤੇ ਵਰਕਰ। ਸੁਨੀਲ ਜਾਖੜ ਜੀ ਹਲੇ ਸਾਲ ਹੋਇਆ ਇਹਨੂੰ, ਉਹਨਾਂ ਨੂੰ ਤੁਸੀਂ ਪ੍ਰਧਾਨ ਬਣਾ ਦਿੱਤਾ। ਉਹ ਤੁਸੀਂ ਕਿਹਾ ਜਾਂਦਾ ਹੈ ਕਿ ਨਹੀਂ ਭਾਜਪਾ ਦੇ ਵਿੱਚ ਆਪਾਂ ਬਹੁਤ ਵਾਰ ਮੋਦੀ ਜੀ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਮੈਂ ਕੁਰਸੀਆਂ ਲਾਉਂਦਾ ਹੁੰਦਾ ਸੀ, ਅੱਜ ਮੈਂ ਪ੍ਰਧਾਨ ਮੰਤਰੀ ਹਾਂ, ਸਿਰਫ ਭਾਜਪਾ 'ਚ ਪੋਸੀਬਲ ਹੈ। ਪਰ ਉਹ ਪੋਸੀਬਿਲਿਟੀ ਕਿੱਥੇ ਰਹਿ ਗਈ? ਅੱਜ ਪੰਜਾਬ 'ਚ ਤਾਂ ਕੋਈ ਪੋਸੀਬਿਲਿਟੀ ਨਹੀਂ ਲੱਗਦੀ। ਅੱਜ ਉਹ ਵਰਕਰ ਜਿਹਦੇ ਪਹਿਲਾਂ ਸੰਗੀ ਹੁੰਦਾ ਹੈ, RSS ਨਾਲ ਜੁੜਦਾ ਹੈ, ਫਿਰ ਉਹ ਉੱਥੋਂ ਪਾਲਿਸ਼ ਹੁੰਦਾ ਹੈ, ਉਹਨੂੰ ਉਸ ਤੋਂ ਬਾਅਦ ਉਹਨੂੰ BJP 'ਚ ਲੈ ਲਿੱਤਾ ਜਾਂਦਾ ਹੈ। ਬਟ ਇਸ ਤਰੀਕੇ ਨਾਲ ਇੱਕ ਇਹਨਾਂ ਦੀ ਬੜੀ ਵਧੀਆ ਪੋਲੀਟਿਕਸ ਚੱਲ ਰਹੀ ਹੁੰਦੀ ਹੈ। ਉਹ ਤਾਂ ਅੱਜ ਸਾਰੇ ਉਹਨਾਂ ਨੂੰ ਇੱਕ ਪਾਸੇ ਕਰਕੇ ਸਿੱਧਾ ਪ੍ਰਧਾਨ ਵੀ ਥੋਪ ਦਿੰਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਜੇ ਭਾਜਪਾ ਨੇ ਆਪਦੀ ਪੁਰਾਣੀ ਸਟ੍ਰੈਟਜੀ ਇੰਨੀ ਬਦਲ ਦਿੱਤੀ ਹੈ ਕਿ ਹੁਣ ਉਹ ਵੀ ਉਸੇ ਤਰੀਕੇ ਨਾਲ ਦੇਖਦੇ ਕਿ ਨਹੀਂ, ਸਾਨੂੰ ਇੱਕ ਵਧੀਆ ਬੋਲਣ ਵਾਲਾ ਚਾਹੀਦਾ, ਵਧੀਆ ਜਿਹੜਾ ਭੀੜ ਇਕੱਠੀ ਕਰ ਸਕੇ, ਆਪਦੀ ਮੁੱਦੇ ਰੱਖ ਸਕੇ, ਕਿ ਹੁਣ ਉਹ ਪੋਲੀਟਿਕਸ ਦੇ ਵਿੱਚ ਆ ਗਏ ਸਾਰੇ? ਜੀ ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਦੇ ਉੱਤੇ ਵੀ, ਪਰ ਤੁਸੀਂ ਨਾ ਪੰਜਾਬ ਪੋਲੀਟਿਕਸ ਨੂੰ ਐਕਸੈਪਸ਼ਨਲ ਕਰਕੇ ਦੇਖੋਗੇ, ਸਪੈਸ਼ਲੀ ਇਨ ਕੇਸ ਆਫ BJP। ਤੁਸੀਂ ਕਦੇ ਵੀ ਨਹੀਂ ਇਹ ਸੋਚ ਸਕਦੇ ਵੀ RSS ਦਾ ਕਾਰਿਆਕਰਤਾ ਪੰਜਾਬ ਦਾ CM ਬਣ ਜਾਊਗਾ। ਤੁਸੀਂ ਕਿਤੇ ਵੀ ਨਹੀਂ ਸੋਚ ਸਕਦੇ ਵੀ ਆਪਣੇ ਜਿਹੜੇ ਸ਼ਹਿਰਾਂ ਦੇ ਵਿੱਚ ਛੋਟੇ ਛੋਟੇ ਗਰਾਊਂਡਾਂ ਦੇ ਵਿੱਚ ਪਰੇਡ ਕਰਦੇ ਲੋਕੀ ਹੈਗੇ ਆ, ਉਹ ਸਾਰੇ ਹਜ਼ੂਮ ਨੂੰ ਜਾਂ ਸ਼ਹਿਰ ਨੂੰ ਆਪਦੇ ਮਗਰ ਲਾ ਲੈਣਗੇ। ਮੈਨੂੰ ਲੱਗਦਾ ਸੁਨੀਲ ਜਾਖੜ ਇੱਕ ਐਕਸਪੈਰੀਮੈਂਟ ਦੀ ਪ੍ਰੋਡਕਟ ਸੀਗਾ,
ਬੀਜੇਪੀ ਜਿੰਨਾ ਚਿਰ ਵੱਡਾ ਭਰਾ ਜਾਂ ਛੋਟਾ ਭਰਾ ਸੀਗਾ ਐਕਸਪੈਰੀਮੈਂਟ ਕਰਦੀ ਆਈ ਆ ਜਾਂ ਆਰਐਸਐਸ ਕਰਦੀ ਆਈ ਆ, ਪਰ ਇਲੈਕਟ੍ਰੋਨਿਕ ਪੋਲਿਟਿਕਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਸ਼ਿਖਾਵਾਂ ਸੀਗੀਆਂ ਉਹ ਇੰਨੀਆਂ ਸਕਸੈਸਫੁਲ ਨਹੀਂ ਹੋ ਸਕੀਆਂ ਕਿ ਉਹ ਇਸ ਰੇਸ ਤੱਕ ਜਾਂ ਉਸ ਲੈਵਲ ਤੱਕ ਪਹੁੰਚ ਜਾਣ। ਤੇ ਮੈਨੂੰ ਲੱਗਦਾ ਸੁਨੀਲ ਜਾਖੜ ਦੀ ਚੋਣ ਉਸੇ ਐਕਸਪੈਰੀਮੈਂਟ ਦਾ ਇੱਕ ਪ੍ਰੋਡਕਟ ਹੈਗੀ ਆ। ਨੋ ਡਾਊਟ ਤੁਹਾਡੇ ਵਾਲੀ ਗੱਲ ਬਿਲਕੁਲ ਉੱਥੇ ਖਰੀ ਉਤਰਦੀ ਆ, ਜਿੱਥੇ ਕੋਈ ਉਹੋ ਜੀ ਗੱਲ ਹੋਵੇ ਵੀ ਇਹਨਾਂ ਕੋਲੇ ਹੋਰ ਦੂਜੀਆਂ ਹਿੰਦੀ ਸਪੀਕਿੰਗ ਸਟੇਟਸ ਦੇ ਵੱਲ ਨੂੰ ਤੁਸੀਂ ਚਲੇ ਜਾਵੋ ਜਿੱਥੇ ਇਹਨਾਂ ਦਾ ਕੈਡਰ ਤੇ ਇਕੁਅਲ ਟੂ ਵੋਟ ਬੈਂਕ ਹੈਗੀ, ਪਰ ਪੰਜਾਬ ਦੇ ਵਿੱਚ ਇਹੋ ਜਿਹਾ ਨਹੀਂ ਸੀਗਾ ਵੀ ਆਰਐਸਐਸ, ਤਾਂ ਕਰਕੇ ਐਕਸੈਪਸ਼ਨਲ ਕੇਸ ਨੂੰ ਤੁਸੀਂ ਲੈ ਲਓਗੇ। ਅਦਰਵਾਈਜ਼ ਤੁਹਾਡੀ ਗੱਲ ਸਹੀ ਆ, ਇਹ ਔਖਾ ਵਾ ਵੀ ਜਿੱਥੇ ਇਗਨੋਰ ਹੋ ਜਾਂਦਾ, ਕੈਡਰ ਇਗਨੋਰ ਹੋ ਜਾਂਦਾ ਵਾ, ਉੱਥੇ ਤੁਸੀਂ ਪੋਲੀਟੀਕਲੀ ਸਕਸੈਸ ਮਿਲਣੀ ਜਾਂ ਸਰਕਾਰ ਫਾਰਮੇਸ਼ਨ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਹੁੰਦਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਤੇ ਆਪਦੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ। ਖੈਰ, ਇਹ ਸੀ ਡਾਕਟਰ ਬੂਟਾ ਸਿੰਘ ਬੈਰਾਗੀ ਜੀ ਤੇ ਇਹ ਸੀ ਉਹਨਾਂ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿਓਰ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।